दसदे ने भी किसी मोटे बंदे ने चोरी की है तो भाई मरदाना जी काफ़ी तकड़े सी, उन्होंने भाई मरदाना जी को पकड़ लिया तो भाई मरदाना जी ने गुरु नानक देव जी को याद किया। गुरु नानक देव जी आए, कहन लगे भी इन्हों फांसी देन लगे ने जी। उपर चढ़ना बड़ा खतरनाक है, तुसीं सामने देख रहे हो, पौड़ियां भी दिखाई नहीं दे रही, रास्ता भी बड़ा डेंजर है। गुरु महाराज कृपा करे जी। वाहिगुरु जी का खालसा, वाहिगुरु जी की फतेह। संगत जी, एक अण छुपे तत्थ ते जिन्हां दी हजे खोज नहीं हो पाई। कोशिश है साडी, क्योंकि हमेशा इंसान नूं कोशिश करते रहना चाहिए। असीं आप जी नूं ऐसे किले ते लेके चलांगे जिहदे तकरीबन के अज तां रस्ता भी नहीं उपर चढ़न दे लई है, पर फिर भी खोज विचार टीम उहदे उपर पहुंचेगी। अज उन्हां तत्थां नूं खंगालदी होई खोज विचार टीम जिहड़ी है वो पहुंचेगी। लेकिन थोड़ा इतिहास असीं दस दईए। असीं पटियाले तो चल के चंडीगढ़, चंडीगढ़ तो पिंजौर, पिंजौर तो अगे आउंदा जी मल्ला रोड, मल्ला रोड तो एक चहल नूं रस्ता चला जांदा जी। ओ उपर तुसीं देखोगे ओ सौगी दिख रहा, सौगी किला हैगा। ते पर जिथे असीं पहुंचे हाँ, जिथे सानू एक कनैक्शन मिलता, पहले तो पता करते हैं जी ये किला कितने साल पुराना है। 500 साल पुराना, ये 500 साल पुराना किला है। तो इसका इतिहास नहीं आपको पता? ना, इसका कुछ नहीं पता, वैसे ठोस है। पर इत्थे भवाना पिंड दे विच ਇਹ गोल किला देख रहे हो, छोटा जिहा किला अभिषेक बचिया ਇਹਦਾ। ਹੁਣ ਸਾਨੂੰ ਇਤਿਹਾਸ ਦਾ ਲਿੰਕ ਅਸੀਂ ਕਿੱਥੋਂ ਜੋੜ ਕੇ ਵੇਖ ਰਹੇ ਹਾਂ, ਦਾਵਾ ਨਹੀਂ ਕਰ ਰਹੇ ਅਸੀਂ। ਹੋ ਸਕਦਾ ਜਦੋਂ ਪਿੰਜੌਰ ਗੁਰਦੁਆਰਾ ਮੰਜੀ ਸਾਹਿਬ ਜਾਓਗੇ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ, ਜਿੱਥੇ ਆਸਾ ਜੀ ਦੀ ਵਾਰ ਦਾ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਜਿਹੜੇ ਉੱਥੇ ਜੋਗੀ ਸਿੱਧ ਬੈਠੇ ਸਨ ਉਹਨਾਂ ਦੇ ਪ੍ਰਤੀ। ਉਹ ਸ਼ਬਦ ਸੀ, ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁਤ ਤੀਰਥ ਭਵਿਆ ਤੇ ਤੋ ਲਵਿਆ। ਉਹਨਾਂ ਯੋਗੀਆਂ ਨੂੰ, ਸਾਧੂਆਂ ਨੂੰ ਉਪਦੇਸ਼ ਦਿੱਤਾ। ਉੱਥੇ ਹੀ ਇੱਕ ਰਾਜਾ ਹੁੰਦਾ, ਰਾਜਾ ਅਸ, ਜਿਹਨੂੰ ਟੁੰਡਾ ਰਾਜਾ ਕਹਿੰਦੇ ਆਪਾਂ। ਜਦੋਂ ਆਪ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ, ਆਸਾ ਜੀ ਦੀ ਵਾਰ ਦਾ ਕੀਰਤਨ ਜਿਹੜਾ ਹੈ ਟੁੰਡੇ ਅਸ ਰਾਜੇ ਕੀ ਧੁਨੀ ਦੇ ਉੱਪਰ ਗਾਇਆ ਜਾਂਦਾ ਹੈ। ਟੁੰਡਾ ਅਸ ਰਾਜਾ ਕੌਣ ਸੀ? ਨਾਲ ਨਾਲ ਤੁਸੀਂ ਕਿਲਾ ਵੇਖੋਗੇ ਹੁਣ, ਪਰ ਅਸੀਂ ਦੱਸਾਂਗੇ ਟੁੰਡਾ ਰਾਜਾ ਕੌਣ ਸੀ। ਰਾਜੇ ਸਾਰੰਗ ਦਾ ਪੁੱਤਰ ਸੀ ਰਾਜਾ ਅਸ। ਰਾਜੇ ਸਾਰੰਗ ਦਾ ਬਜ਼ੁਰਗੀ ਉਮਰ ਦੇ ਵਿੱਚ ਵਿਆਹ ਹੋ ਜਾਂਦਾ। ਰਾਜੇ ਸਾਰੰਗ ਦੀ ਇੱਕ ਰਾਣੀ ਸੀ ਜਿਹੜੀ ਨੌਜਵਾਨ ਸੀ, ਉਹ ਮੋਹਿਤ ਹੋ ਜਾਂਦੀ ਹੈ ਰਾਜੇ ਸਾਰੰਗ ਦੇ ਪੁੱਤਰ ਅਸ ਦੇ ਉੱਤੇ। ਜਦੋਂ ਰਾਜਾ ਅਸ ਉਹਨੂੰ ਮਿਲਣ ਜਾਂਦਾ, ਆਪਣੀ ਮਾਂ ਨੂੰ ਮਾਂ ਸਮਾਨ ਜਾਣ ਕੇ ਅੱਗੋਂ ਉਹਦਾ ਹੱਥ ਪਕੜ ਕੇ ਬਹਿ ਜਾਂਦੀ ਆ, ਕਹਿਣ ਲੱਗੀ ਤੂੰ ਮੈਨੂੰ ਮਾਂ ਨਾ ਕਹਿ, ਤੂੰ ਮੇਰੇ ਬਰਾਬਰ ਦਾ, ਮੇਰੇ ਹਮ, ਮੇਰੇ ਨਾਲ ਆ ਬੈਠ। ਰਾਜੇ ਸਾਰੰਗ ਦਾ ਪੁੱਤਰ ਮਨਾ ਕਰ ਦਿੰਦਾ, ਪਰ ਉਹ ਕਹਿਣ ਲੱਗੀ ਵੇਖ, ਜੇ ਤੂੰ ਮੇਰੇ ਨਾਲ ਅੱਜ ਨਾ ਬੈਠਿਆ, ਮੇਰੇ ਨਾਲ ਨਾ ਬਿਤਾਇਆ ਸਮਾਂ, ਤਾਂ ਮੈਂ ਤੈਨੂੰ ਬਦਨਾਮ ਕਰ ਦਵਾਂਗੀ। ਉਹ ਕਹਿੰਦਾ ਕੋਈ ਗੱਲ, ਮੈਂ ਤੈਨੂੰ ਮਾਂ ਜਾਣਦਾ, ਮਾਂ ਤੋਂ ਉੱਪਰ ਕੁਝ ਵੀ ਨਹੀਂ। ਪਰ ਉਸ ਔਰਤ ਨੇ, ਬਦ ਚਲਨ ਔਰਤ ਨੇ ਆਪਣੇ ਕੱਪੜੇ ਪਾੜ ਕੇ ਰੌਲਾ ਪਾ ਦਿੱਤਾ ਕਿ ਰਾਜੇ ਸਾਰੰਗ ਦੇ ਕੋਲ ਪੁਕਾਰ ਕੀਤੀ, ਤੇਰੇ ਪੁੱਤਰ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਉਸ ਸਮੇਂ ਰਾਜੇ ਦੀ ਦੂਜੀ ਰਾਣੀ ਦੇ ਪੁੱਤਰਾਂ ਨੇ ਕਿਹਾ ਵੀ ਚਲੋ ਜੇ ਇਹਦਾ ਵੀ ਸਿਆਪਾ ਮੁੱਕ ਜਾਵੇ, ਹੋ ਸਕਦਾ ਰਾਜ ਭਾਗ ਸਾਨੂੰ ਮਿਲ ਜਾਵੇ। ਤਾਂ ਇਹ ਕਹਿ ਕਰਕੇ ਉਸ ਰਾਜੇ ਅਸ ਦੇ ਵਿਰੁੱਧ ਚਾਲ ਚੱਲ ਕੇ ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਹ ਵੀ ਸਜ਼ਾ ਸੁਣਾਈ ਗਈ ਕਿ ਇੱਕ ਖੂਹ ਦੇ ਵਿੱਚ ਸਿੱਟ ਦਿੱਤਾ ਜਾਵੇ, ਜਿਹੜਾ ਅੰਨਾ ਖੂਹ ਸੀ, ਬੋੜਾ ਖੂਹ ਸੀ। ਸਾਨੂੰ ਦੱਸਿਆ ਇਸ ਪਿੰਡ ਦੇ ਵਿੱਚ ਇੱਥੇ ਵੀ ਇੱਕ ਬਹੁਤ ਪੁਰਾਣਾ ਖੂਹ ਹੈ, ਪਰ ਅਸੀਂ ਦਾਵਾ ਨਹੀਂ ਕਰ ਸਕਦੇ ਵੀ ਇਹ ਉਹੀ ਖੂਹ ਹੈ ਜਿਸ ਖੂਹ ਦੀ ਗੱਲ ਕੀਤੀ ਗਈ ਸੀ। ਉਸ ਅੰਨੇ ਖੂਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਰਾਜੇ ਸਾਰੰਗ ਦੇ ਅਸ ਪੁੱਤਰ ਨੂੰ। ਵੀ ਉਹ ਤਾਂ ਰੌਲਾ ਪਾ ਦਿੱਤਾ, ਖੂਹ ਬਹੁਤ ਡੂੰਘਾ ਸੀ ਕਿ ਉਹਨੂੰ ਸ਼ੇਰ ਮਾਰ ਕੇ ਖਾ ਗਿਆ। ਪਰ ਬਦਕਿਸਮਤੀ ਦੇ ਨਾਲ ਉਹ ਖੂਹ ਸੁੱਕਾ ਸੀ, ਅਸ ਬਚ ਜਾਂਦਾ, ਉਹਨੂੰ ਉੱਥੋਂ ਕੋਈ ਭੇਡਾਂ ਚਾਰਨ ਵਾਲੇ ਲੈ ਜਾਂਦੇ ਨੇ। ਆਵਾਜ਼, ਹੈਲੋ, ਆਵਾਜ਼ ਵੀ ਗੂੰਜ ਕੇ ਆ ਰਹੀ ਹੈ ਖੂਹ ਦੇ ਵਿੱਚੋਂ। ਸੋ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਖੂਹ ਸੀ। ਅਸੀਂ ਖੂਹ ਦੇ ਕੋਲ ਪਹੁੰਚੇ ਹਾਂ, ਤੁਸੀਂ ਦੇਖ ਰਹੇ ਹੋ ਆਵਾਜ਼ ਕਿੱਦਾਂ ਗੂੰਜ ਕੇ ਆ ਰਹੀ ਹੈ। ਥੋੜਾ ਨੇੜੇ ਕੈਮਰਾ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਜਾ ਕੇ ਉਹ ਵੀ ਕਿਸੇ ਦੇ ਕੋਲ ਵੇਚ ਦਿੰਦੇ ਨੇ। ਹੋਰ ਅੱਗੇ ਜਾਂਦਾ, ਅੱਗੇ ਚੱਲ ਕੇ ਆਉਂਦਾ ਕਿ ਇੱਕ ਰਿਆਸਤ ਦਾ ਰਾਜਾ ਚੜ੍ਹਾਈ ਕਰ ਜਾਂਦਾ। ਵਜ਼ੀਰ ਇਹ ਜਾਣ ਕੇ ਕਿਸੇ ਦੇ ਕਹਿਣ ਦੇ ਉੱਤੇ ਵੀ ਕੋਈ ਸਵੇਰੇ ਸਵੇਰੇ ਆ ਕੇ ਅਗਰ ਦਰਵਾਜ਼ਾ ਖੋਲ੍ਹਿਆ, ਉਹਦੇ ਹੱਥਾਂ ਨਾਲ ਦਰਵਾਜ਼ਾ ਖੁੱਲ ਗਿਆ ਤਾਂ ਉਸ ਨੂੰ ਰਾਜ ਭਾਗ ਤੇ ਬਿਠਾ ਦੇਵਾਂਗੇ। ਉਸ ਸਮੇਂ ਰਾਜੇ ਸਾਰੰਗ ਦਾ ਪੁੱਤਰ ਅਸ ਗਧੇ ਦੇ ਉੱਤੇ ਕੁਝ ਵੇਚਣ, ਭਾਂਡੇ ਵੇਚਣ ਜਾਂਦਾ। ਸਵੇਰੇ ਦਰਵਾਜ਼ਾ ਖੋਲਦਾ, ਦਰਵਾਜ਼ਾ ਖੁੱਲ ਜਾਂਦਾ। ਉੱਥੇ ਦੇ ਮੰਤਰੀ ਗਲ ਵਿੱਚ ਹਾਰ ਪਾ ਕੇ ਉਹਨੂੰ ਰਾਜਾ ਬਣਾ ਦਿੰਦੇ ਨੇ। ਰਾਜੇ ਦਾ ਪੁੱਤਰ ਹੋਣ ਕਰਕੇ ਰਾਜਾ ਅਸ ਉੱਥੇ ਦਾ ਰਾਜਾ ਬਣ ਜਾਂਦਾ। ਬਹੁਤ ਚੰਗੀ ਤਰ੍ਹਾਂ ਰਾਜ ਭਾਗ ਨੂੰ ਸੰਭਾਲਦਾ। ਦੂਜੇ ਪਾਸੇ ਰਾਜਾ ਸਾਰੰਗ ਦੇ ਮਰਨ ਤੋਂ ਬਾਅਦ ਉਹਦੇ ਦੂਜੇ ਪੁੱਤਰ ਜਿਹੜੇ ਨੇ ਉਹ ਰਾਜ ਭਾਗ ਸੰਭਾਲ ਲੈਂਦੇ ਨੇ, ਪਰ ਰਾਜ ਭਾਗ ਨੂੰ ਉਜਾੜ ਦਿੰਦੇ ਨੇ। ਦੇਸ਼ ਵਿੱਚ ਕਾਲ ਪੈ ਜਾਂਦਾ ਤੇ ਇਹ ਮਦਦ ਮੰਗਣ ਜਾਂਦੇ ਨੇ ਦੂਜੇ ਰਾਜੇ ਦੇ ਕੋਲੋਂ, ਤੇ ਉੱਥੇ ਪਤਾ ਲੱਗਦਾ ਕਿ ਰਾਜਾ ਅਸ ਜਿਹੜਾ ਹੈ ਉਹ ਇਹਨਾਂ ਦੀ ਮਦਦ ਕਰਦਾ। ਇਹ ਵੀ ਪਤਾ ਲੱਗਦਾ ਹੈ ਕਿ ਭਰਾਵਾਂ ਦੇ ਵਿੱਚ ਲੜਾਈ ਹੁੰਦੀ ਹੈ। ਉਸ ਲੜਾਈ ਦੇ ਵਿੱਚ ਰਾਜਾ ਅਸ ਜਿੱਤ ਜਾਂਦਾ ਹੈ ਤੇ ਜਿੱਤ ਕੇ ਮੁੜ ਕੇ ਆਪਣੇ ਦੇਸ਼ ਵਿੱਚ ਆ ਜਾਂਦਾ ਹੈ ਤੇ ਇੱਥੇ ਆ ਕੇ ਰਾਜ ਭਾਗ ਕਰਦਾ ਹੈ। ਹੋਰ ਬੜਾ ਲੰਬੇਰਾ ਇਤਿਹਾਸ ਹੈ। ਹੁਣ ਜ਼ਿਕਰ ਹੁੰਦਾ ਕਿ ਇੱਥੋਂ ਪਿੰਜੌਰ ਬਹੁਤ ਨੇੜੇ ਹੈ, ਘੱਟੋ ਘੱਟ 10 ਤੋਂ 15 ਕਿਲੋਮੀਟਰ ਦੇ ਅੰਦਰ ਪਿੰਜੌਰ ਹੈ। ਜਦੋਂ ਪਿੰਜੌਰ ਪਹੁੰਚਿਆ, ਇਤਿਹਾਸ ਲਿਖਿਆ ਹੋਇਆ ਕਿ ਰਾਜਾ ਅਸ ਜਿਹੜਾ ਸਾਰੰਗ ਦਾ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਂਦਾ ਤੇ ਆਪਣੇ ਆ ਕੇ ਬੇਨਤੀ ਕਰਦਾ ਤੇ ਇੱਥੇ ਉਹਨੂੰ ਹੱਥ ਜਿਹੜਾ ਹੈ ਠੀਕ ਹੋ ਜਾਂਦਾ ਹੈ। ਤੇ ਪਰ ਕਿਤੇ ਵੀ ਸਾਨੂੰ ਜ਼ਿਕਰ ਨਹੀਂ ਮਿਲ ਰਿਹਾ, ਪਰ ਕਿਤੋਂ ਇੱਕ ਕਿਉਂ ਮਿਲਿਆ ਕਿ ਰਾਜੇ ਸਾਰੰਗ ਦਾ ਕਿਲਾ ਜਿਹੜਾ ਹੈ ਹੋ ਸਕਦਾ ਹੈ। ਅਸੀਂ ਇਹ ਨਹੀਂ ਕਹਿੰਦੇ, ਅਸੀਂ ਕਹਿੰਦੇ ਖੋਜ ਕੀਤੀ ਜਾਵੇ, ਇਹਦੀ ਲੋਕੇਸ਼ਨ ਪਾ ਦਿੰਦੇ ਆ, ਵਿਦਵਾਨਾਂ ਵੱਲੋਂ ਖੋਜ ਕੀਤੀ ਜਾਵੇ ਕਿ ਗੁਰਬਾਣੀ ਦੇ ਵਿੱਚ ਇੰਨਾ ਕੁਝ ਖਜ਼ਾਨੇ ਛੁਪੇ ਹੋਏ ਨੇ। 9 ਧੁਨਾਂ ਦੇ ਉੱਤੇ ਗੁਰਬਾਣੀ ਗਾਈ ਗਈ ਹੈ। ਕਿੱਥੇ ਕਿੱਥੇ ਉਹਨਾਂ ਦੇ ਕਿਲੇ ਨੇ, ਕਿਹੜੇ ਕਿਹੜੇ ਰਾਜੇ ਹੋਏ ਸੀ, ਉਹ ਇਤਿਹਾਸ ਲਿਖਿਆ। ਉਹਨਾਂ ਦੇ ਕਿਲੇ ਲੱਭਣ ਦੀ ਲੋੜ ਹੈ ਸਾਨੂੰ, ਤੇ ਕਿਉਂਕਿ ਸਾਡੇ ਇਤਿਹਾਸ ਨਾਲ ਲਿੰਕ ਨੇ। ਪਰ ਹੁਣ ਇਹ ਕਿਲੇ ਦੇ ਉੱਪਰ ਦੀ ਵੇਖਦੇ ਹੋਏ, ਉੱਪਰ ਚੜ੍ਹਨਾ ਬੜਾ ਖਤਰਨਾਕ ਹੈ। ਤੁਸੀਂ ਸਾਹਮਣੇ ਦੇਖ ਰਹੇ ਹੋ, ਪੌੜੀਆਂ ਦੇਖ ਰਹੇ ਹੋ, ਤੇ ਇਹ ਬਿਲਕੁਲ ਹੀ ਖਤਮ ਹੋਈਆਂ ਵੀ ਨੇ, ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਇਹਦੇ ਉੱਤੇ ਚੜ੍ਹ ਕੇ ਵੇਖਦੇ ਆ ਕਿ ਸਾਨੂੰ ਉੱਪਰੋਂ ਕੀ ਦਿਖਾਈ ਦਿੰਦਾ ਹੈ। ਕਮਰ ਕਸਾ ਕੱਸਦੇ ਆ, ਕਿਉਂਕਿ ਪਹਿਲਾਂ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਚੜ੍ਹਨਾ ਤਾਂ ਆਪ ਹੀ ਪੈਣਾ, ਤੇ ਰਸਤਾ ਵੀ ਪੌੜੀਆਂ ਵੀ ਦਿਖਾਈ ਨਹੀਂ ਦੇ ਰਹੀਆਂ, ਰਸਤਾ ਵੀ ਬੜਾ ਡੇਂਜਰ ਹੈ। ਗੁਰੂ ਮਹਾਰਾਜ ਕਿਰਪਾ ਕਰੇ ਜੀ। चलते हैं जी ऊपर। थोड़ा थोड़ा तो ठीक है, पर ये भी नहीं पता कोई जानवर हो गए, कोई सप सुप हो गए। हो वाहिगुरू, धन गुरु नानक। किले दे उत्ते तो पहुंच गए जी, ऊपर कुछ नहीं दिखाई दे रहा, सिर्फ किले की मौन ही दिखाई दे रही है। उपरों ये किला है जी, ते ये पहाड़ी एरिया है सारे पासे। दस दिन किला बहुत डूंगा किला है जी। ये थले तक किले दी नीहां जांदियां ने। आप बता रहे थे कि इस किले के, इस गांव के ऊपर से एक बहुत बड़ी खाई थी। हाँ जी, कोई हमला ना कर सके। हाँ, खाई थी, यही करनी डूंगी। ये डूंगी खाई थी। इधर भी देखी होनी नीचे पर। हाँ। और कोई गुरुजी भी आए थे जहाँ पे? गुरु तो अंदर है वहाँ पे। नहीं, गुरु नानक देव जी बोल रहे थे आप। हाँ, गुरु नानक देव भी आए थे। अच्छा, क्या था उस समय? वो मरदाना गुरु नानक देव आए थे दो। अच्छा, पीड़ पड़ी ना, मरदाना कहता था पीड़ पड़ी ना तीनों ऐसी बात की, क्या तू मैनू याद करी। तो मोटे होगी चोरी गाँव पिंडों, मोटे ने देख के लगे फांसी देन गया भाई, जरा मोटा हो गया बैठने फांसी। वो मरदाना बोला भी मैं मोटा है, खा के मेरा नंबर लग जाना है।
ਤੇ ਗੁਰੂ ਨਾਨਕ ਕਰਿਆ ਉਸਨੇ ਯਾਦ। ਹੂੰ ਗੁਰੂ ਨਾਨਕ ਨੇ ਬੋਲਿਆ ਜਿਹੜਾ ਤੂੰ ਜਾਣਨਾ ਪਹਿਲੇ ਪੰਛੀ ਨੂੰ ਪਹਿਲੇ ਪੰਛੀ ਲੈਣੀ ਉਹ ਸੁਰਗ ਜਾਊਂਗਾ ਸਿੱਧਾ ਹੀ। ਅੱਛਾ ਉਹ ਰਾਜਾ ਬੋਲਾ ਮੈਂ ਚੜੂੰਗਾ ਪੰਛੀ ਮੈਂ ਜਾਊਂਗਾ ਸੁਰਗ। ਮਰਦਾਨਾ ਬੋਲਿਆ ਨਾ ਰਾਜਾ ਅੱਛਾ ਹਾਂ ਮੈਂ ਚੜੂੰਗਾ ਪੰਛੀ ਕਹਿ ਰਹੇ ਹੂੰ ਤੂੰ ਰਹਿਣ ਦੇ ਮਰਦਾਨਾ। ਬਸ ਉਹ ਗਿਆ ਸਿੱਧਾ ਚੜ ਗਿਆ ਪੰਛੀ ਸੇ ਰਾਜਾ ਜੱਦੇ ਹੋਇਆ ਖਤਮ। ਜਾਤੇ ਖਤਮ ਹੋਇਆ। ਹਾਂ। ਤੇ ਰਾਜੇ ਦਾ ਨਾਮ ਕੀ ਸੀ? ਰਾਜੇ ਦਾ ਨਾਮ ਕਾ ਨਹੀਂ ਮੈਨੂੰ ਪਤਾ। ਇਹ ਕਹਾਣੀ ਜਿਹੜੀ ਸਾਖੀ ਹੈ ਇਹ ਤੁਸੀਂ ਦਾਦੇ ਪੜਦਾਦਿਆਂ ਤੋਂ ਸੁਣਦੇ ਹੁੰਦੇ ਹੋ? और कभी सुन लो कभी कोई चीज तक ला लो बताते हैं क्या गांव के जो अपने दादे पड़दादे थे आहो वो बताते थे आपको? दादा उन्होंने बताया हुआ था मनु गांव के गुरु नानक थे जेडे पहला है वो मर्दाने ਨੂੰ ਪੀੜ ਪੜੀ ਸੀ ਮਰਦਾਨੇ ਨੂੰ। ਸੰਗਤ ਜੀ ਦੇਖੋ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਨਾ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ ਇਸ ਟਾਈਮ ਕਿੰਨੀ ਹੈ ਜੀ? ਮੇਰੇ 70 75 ਨਾਮ ਕੀ ਹੈ ਤੁਹਾਡਾ? ਸ਼ਾਮ ਲਾਲ ਜੀ। ਸ਼ਿਆਮ ਲਾਲ ਜੀ। ਸ਼ਿਆਮ ਲਾਲ ਜੀ ਨੇ ਸਾਨੂੰ ਦੱਸਿਆ ਜਦੋਂ ਅਸੀਂ ਕਿਲੇ ਬਾਰੇ ਪਤਾ ਕਰਨ ਆਏ ਇਹਨਾਂ ਨੇ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਔਰ ਭਾਈ ਮਰਦਾਨਾ ਜੀ ਦੇ ਉੱਤੇ ਭੀੜ ਪੈ ਗਈ ਸੀ ਇੱਥੇ ਜਾਂ ਭਾਈ ਮਰਦਾਨਾ ਕਿਸ ਕੰਮ ਆਇਆ ਸੀ ਔਰ ਵੀ ਪਹਿਲਾਂ ਕੋਈ ਚੋਰੀ ਹੋਈ ਸੀ ਇੱਥੇ ਤੇ ਦੱਸਦੇ ਨੇ ਵੀ ਕਿਸੇ ਮੋਟੇ ਬੰਦੇ ਨੇ ਚੋਰੀ ਕੀਤੀ ਹੈ ਤੇ ਭਾਈ ਮਰਦਾਨਾ ਜੀ ਕਾਫੀ ਤਕੜੇ ਸੀ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ। ਗੁਰੂ ਨਾਨਕ ਦੇਵ ਜੀ ਆਏ ਕਹਿਣ ਲੱਗੇ ਵੀ ਇਹਨਾਂ ਨੂੰ ਫਾਂਸੀ ਦੇਣ ਲੱਗੇ ਨੇ ਜੀ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਜਿਹੜਾ ਭਾਈ ਜਿਹਨੂੰ ਵੀ ਫਾਂਸੀ ਮਿਲੂਗੀ ਉਹ ਸੱਚਖੰਡ ਨੂੰ ਜਾਊਗਾ, ਸਵਰਗਾ ਨੂੰ ਜਾਊਗਾ। ਇਹ ਕਹਿ ਕੇ ਰਾਜਾ ਕਹਿਣ ਲੱਗਾ ਜੇ ਸੱਚਖੰਡ ਨੂੰ ਜਾਣਾ ਤਾਂ ਮੈਂ ਜਾਣ ਲਈ ਤਿਆਰ ਹੈ। ਉੱਥੋਂ ਇਹ ਪਾਜ ਵੀ ਖੁੱਲ ਗਿਆ ਕਿ ਭਾਈ ਮਰਦਾਨਾ ਜੀ ਬੇਦੋਸ਼ੇ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਕਰਕੇ ਭਾਈ ਮਰਦਾਨਾ ਜੀ ਨੂੰ ਬੇਦੋਸ਼ਾ ਸਾਬਤ ਕੀਤਾ। ਇਹ ਕਿਤੇ ਸਾਖੀ ਲਿਖੀ ਹੋਈ ਨਹੀਂ ਮਿਲਦੀ, ਸੀਨੇ ਬਸੀਨੇ ਤੋਂ ਜਿੱਦਾਂ ਸ਼ਿਆਮ ਲਾਲ ਜੀ ਨੇ ਆ ਕੇ ਦੱਸੀ ਹੈ ਸਾਨੂੰ। ਇਹਨਾਂ ਨੂੰ ਪਤਾ ਵੀ ਨਹੀਂ ਹੈ ਪਰ ਇੱਥੇ ਕੋਈ ਸਿੱਖ ਕਹਿ ਲਈ ਆ ਕੇ ਇਤਿਹਾਸ ਦੱਸਣ ਵਾਲਾ ਵੀ ਕੋਈ ਨਹੀਂ। ਤੇ ਬਾਬਾ ਜੀ ਦੱਸਦੇ ਨੇ ਵੀ ਇੱਥੇ ਕੋਈ ਸਰਦਾਰ ਸਿੱਖ ਪਰਿਵਾਰ ਤੋਂ ਨਹੀਂ ਰਹਿੰਦਾ। ਸਹੀ ਕਿੱਥੇ ਪਹਿਲੇ ਹੱਲਿਆ ਆਇਆ ਸੀ ਹੱਲਿਆ ਮੈਂ ਸਿੱਖ ਦਾ ਚੱਲ ਕੇ ਫਿਰ ਵੇਚ ਕੇ ਜੀ ਆਲੇ ਵਾਲੀ ਬਾੜ ਵੀ ਕੇ ਜੀ ਵੀ ਉਨੀ ਗਈ ਸੀ ਇੱਧਰ। 1947 ਵੇਲੇ ਕੁਝ ਸਿੱਖ ਇੱਥੇ ਆਏ ਸੀ ਪਰ ਜ਼ਮੀਨਾਂ ਵੇਚ ਕੇ ਇੱਥੋਂ ਚਲੇ ਗਏ। ਇਤਿਹਾਸ ਹੋਰ ਖੋਜ ਮੰਗਦਾ ਹੈ। ਸੋ ਇਸ ਕਿਲੇ ਦੀ ਕਹਾਣੀ ਹਲੇ ਅਧੂਰੀ ਹੈ। ਕੋਸ਼ਿਸ਼ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ। ਹੋਰ ਤੱਥ ਲੱਭਣ ਵਿੱਚ ਸਾਡੀ ਮਦਦ ਕੀਤੀ ਜਾਵੇ। ਜੇਕਰ ਕੋਈ ਇਸ ਕਿਲੇ ਤੱਕ ਪਹੁੰਚਣਾ ਚਾਹੁੰਦਾ ਹੈ ਤਾਂ ਚੰਡੀਗੜ੍ਹ ਤੋਂ ਪਿੰਜੌਰ ਗਾਰਡਨ ਤੋਂ ਤੁਸੀਂ ਅੱਗੇ ਸੀਆਰਪੀ ਕੈਂਪ ਆਉਂਦਾ ਹੈ। ਸੀਆਰਪੀ ਕੈਂਪ ਆਉਂਦਾ ਜੀ ਪੁਲ ਪਾਰ ਕਰਕੇ। ਸੀਆਰਪੀ ਕੈਂਪ ਤੋਂ ਮੱਲਾ ਰੋਡ ਤੋਂ ਅੱਗੇ ਆਓਗੇ ਤੁਸੀਂ ਕਿ ਸ਼ਿਵ ਜੀ ਦੀ ਮੂਰਤੀ ਪੁੱਛ ਲੈਣਾ। ਕਾਫੀ ਵੱਡੀ ਮੂਰਤੀ ਬਣੀ ਹੋਈ ਹੈ, ਇਹੀ ਨਿਸ਼ਾਨੀ ਹੈ। ਉਸ ਮੂਰਤੀ ਦੇ ਨਾਲ ਅਗਲਾ ਪਿੰਡ ਪੈਂਦਾ ਜੀ ਭਗਾਣੇ ਪਿੰਡ ਦੇ ਵਿੱਚ ਇਹ ਕਿਲਾ ਮੌਜੂਦ ਹੈ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ, ਖੋਜ ਵਿਚਾਰ ਟੀਮ ਵੱਲੋਂ 9781913113 ਖੋਜ ਜ਼ਰੂਰ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।